ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿਚੋਂ ਜਾਏ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਹਵੈ ਨਾਉ। ਆਪ ਮੁਕਤ ਮੁਕਤ ਕਰਹਿ ਸੰਸਾਰ, ਨਾਨਕ ਤਿਸ ਜਨ ਕਾ ਸਦਾ ਨਮਸਕਾਰ। ਆਪ ਮੁਕਤ ਮੁਕਤ ਕਰਹਿ ਸੰਸਾਰ, ਨਾਨਕ ਤਿਸ ਜਨ ਕਾ ਸਦਾ ਨਮਸਕਾਰ। ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ, ਸਰਬ ਕਲਾ ਭਰਪੂਰ। ਚਵਰ ਤਖਤ ਛਤਰ ਦੇ ਮਾਲਕ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਵੱਡਿਆਂ ਭਾਗਾਂ ਵਾਲੇ ਹੋ ਕਿ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨ ਸੇਵਕ ਕੀ ਓੜਕ ਨਿਭੀ ਪ੍ਰੀਤ। ਐਸੇ ਮਹਾਨ ਗੁਰੂ ਕੇ ਪਿਆਰੇ ਗੁਰਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੀ ਮਹਾਨ ਸੇਵਾ, ਮਹਾਨ ਪਰ ਉਪਕਾਰ ਤੇ ਸਮੁੱਚੀ ਜ਼ਿੰਦਗੀ ਸਤਿਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਲਾ ਕੇ ਅਖੀਰਲੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਹਸਤ ਕਮਲਾਂ ਦੇ ਵਿੱਚ ਉਸ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ। ਤਿੰਨਾਂ ਮਹਾਨ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਉਸ ਨਿੱਘੀ ਮਿੱਠੀ ਯਾਦ ਨੂੰ ਮਿਲਾਉਂਦੇ ਹੋਏ ਸਾਲਾਨਾ ਜੋੜ ਮੇਲੇ ਦੇ ਰੂਪ ਵਿੱਚ ਜਿੱਥੇ ਆਪ ਸੰਗਤਾਂ ਦੂਰ ਦਰਾਡੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਰਸ ਰਹੇ ਹੋ, ਉੱਥੇ ਸਾਡੇ 'ਤੇ ਵੀ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਆਪ ਸੰਗਤਾਂ ਦੇ ਦੀਦਾਰ ਕਰਵਾਏ। ਆਓ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਫਤਿਹ ਅਰਜ ਕਰੀਏ। ਸਾਡੀ ਤੇ ਆਪਣੀ ਹਾਜ਼ਰੀ ਲਵਾਉਂਦੇ ਹੋਏ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ।
ਉਹ ਮਹਾਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ, ਜਿਸ ਨੂੰ ਨਾਨਕੀਆਣਾ ਸਾਹਿਬ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ, ਅੱਜ ਤੋਂ ਤਕਰੀਬਨ 552-53 ਸਾਲ ਪਹਿਲਾਂ ਹੋਇਆ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਵਨ ਬਚਨ ਹਨ ਕਿ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਕਿ ਧਰਤੀ ਦੀ ਪੁਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਸਦਕਾ ਅਕਾਲ ਪੁਰਖ ਦੇ ਘਰ ਵਿੱਚ ਸੁਣੀ ਗਈ। ਤੇ ਉਹ ਮਹਾਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜੋ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜਿਨ੍ਹਾਂ ਦਾ ਆਪਾਂ ਗੁਰਤਾ ਗੱਦੀ ਦਿਵਸ ਨਹੀਂ ਮਨਾਉਂਦੇ, ਕਿਉਂਕਿ ਇਹ ਗੱਲ ਬੜੀ ਧਿਆਨ ਦੇਣ ਵਾਲੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਧਾਂ ਦੇ ਨਾਲ ਜਦੋਂ ਸਵਾਲ ਜਵਾਬ ਹੋਏ ਤੇ ਸਿੱਧਾਂ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਮਰ ਭਾਵੇਂ ਛੋਟੀ ਸੀ, ਪਰ ਉਹਨਾਂ ਦਾ ਸਾਰਾ ਜੀਵਨ ਬੰਦਗੀ ਕਰਦਿਆਂ ਲੰਘਿਆ ਸੀ। ਤੇ ਉਹਨਾਂ ਨੂੰ ਆਪਣੇ ਮਨ ਦੇ ਅੰਦਰ ਇਹ ਸੀ ਕਿ ਅਸੀਂ ਤੇ ਇੰਨੀ ਬੰਦਗੀ ਕੀਤੀ, ਸਾਰਾ ਜੀਵਨ ਜਿਹੜਾ ਹੈ ਉਹ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕਰਦਿਆਂ ਗੁਜ਼ਾਰ ਦਿੱਤਾ, ਪਰ ਇਹ ਛੋਟੀ ਜਿਹੀ ਉਮਰ ਦਾ ਬਾਲਾ ਸਾਡੇ ਸਵਾਲਾਂ ਦੇ ਜਵਾਬ ਸੁੱਤੇ ਸਿੱਧ ਦੇ ਰਿਹਾ ਏ। ਸਿੱਧਾਂ ਦੇ ਆਗੂ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਇਹਦਾ ਉਸਤਾਦ ਕੌਣ ਹੋਵੇਗਾ, ਇਹਨੇ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਹੈ, ਵਿਦਿਆ ਕਿੱਥੋਂ ਪ੍ਰਾਪਤ ਕੀਤੀ ਹੈ। ਤੇ ਉਸ ਵੇਲੇ ਗੁਰੂ ਕੀ ਸੰਗਤ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਦਾ ਫੈਸਲਾ ਹੈ। ਸਿੱਧਾਂ ਨੇ ਸਵਾਲ ਕੀਤਾ, ਤੇਰਾ ਕਮਣ ਗੁਰੂ ਜਿਸ ਕਾ ਤੂੰ ਚੇਲਾ, ਤੇਰਾ ਗੁਰੂ ਕੌਣ ਹੈ, ਤੂੰ ਕਿਸ ਦਾ ਚੇਲਾ ਹੈ, ਕਿਸ ਦਾ ਸ਼ਿਸ਼ ਹੈ, ਕਿਸ ਦਾ ਵਿਦਿਆਰਥੀ ਹੈ, ਇੰਨਾ ਗਿਆਨ ਕਿੱਥੋਂ ਪ੍ਰਾਪਤ ਕੀਤਾ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਸਭ ਤੋਂ ਵੱਡਾ ਭਰਮ ਕੱਢਣ ਵਾਲਾ ਜਿਹੜਾ ਜਵਾਬ ਦਿੱਤਾ ਗੁਰੂ ਕੀ ਸੰਗਤ, ਅੱਜ ਦੇ ਆਗੂਆਂ ਵਾਂਗ, ਅੱਜ ਦੇ ਡੇਰੇਦਾਰਾਂ ਵਾਂਗ ਇਹ ਨਹੀਂ ਕਿਹਾ ਜਾਂ ਉਹਦੇ ਚੇਲੇ ਚਾਟੜਿਆਂ ਨੇ ਕਿ ਇਹ ਬਾਬਾ ਜੀ ਮੁਖੀ ਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰੂ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰੂ ਮੰਨਿਆ ਗੁਰੂ ਕੀ ਸੰਗਤ। ਪਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਡਿਊਟੀ ਲਾਈ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ। ਉਦਾਸੀਆਂ ਕਰਦੇ ਕਰਦੇ ਸਮਾਂ ਆਇਆ ਕਿ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, ਜਿਨ੍ਹਾਂ ਦਾ ਜਨਮ ਕੱਥੂ ਨੰਗਲ ਦੀ ਧਰਤੀ ਤੇ ਬਹੁਤ ਹੀ ਸਤਿਕਾਰਯੋਗ ਮਾਤਾ ਮੋਰਾਂ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ ਭਾਈ ਸਾਹਿਬ ਭਾਈ ਸੁੱਖਾ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਗੁਰੂ ਕੀ ਸੰਗਤ ਖੁਸ਼ੀਆਂ ਆਈਆਂ, ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੋਈ। ਤੇ ਬੱਚਾ ਜਿਹੜਾ ਸੀ ਜਦੋਂ ਉਹ ਆਪਣੀ ਸਮਰੱਥਾ ਅਨੁਸਾਰ ਚੱਲਣ ਫਿਰਨ ਦੇ ਯੋਗ ਹੋਇਆ ਤੇ ਪਰਿਵਾਰ ਵਿੱਚੋਂ ਚੰਗੀ ਸਿੱਖਿਆ ਪ੍ਰਾਪਤ ਹੋਈ। ਇੱਕ ਦਿਨ ਸਮਾਂ ਆਇਆ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਉਸ ਇਲਾਕੇ ਵਿੱਚ ਆਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਛਕਣ ਵਾਸਤੇ ਇਤਿਹਾਸ ਕਹਿੰਦਾ ਹੈ ਕਿ ਆਪਣੇ ਘਰ ਤੋਂ ਦੁੱਧ ਦਾ ਗੜਵਾ ਲੈ ਕੇ ਭਾਈ ਬੂੜਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸਨਮੁਖ ਹੋਏ, ਦੁੱਧ ਛਕਾਇਆ। ਸਤਿਗੁਰੂ ਸਾਹਿਬ ਜੀ ਦੇ ਨਾਲ ਵਾਰਤਾਲਾਪ ਹੋਈ ਤੇ ਬੇਨਤੀ ਕੀਤੀ, ਸਤਿਗੁਰੂ ਸਾਹਿਬ ਜੀ ਕਿਰਪਾ ਕਰੋ, ਸਾਡਾ ਜੰਮਣ ਮਰਨ ਕੱਟਿਆ ਜਾਵੇ। ਤੇ ਉਸ ਵੇਲੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੇਰੀ ਉਮਰ ਤੇ ਬੜੀ ਛੋਟੀ ਏ, ਤੂੰ ਤੇ ਅਜੇ ਬਾਲਾ ਹੈ, ਬੱਚਾ ਹੈ, ਪਰ ਤੇਰੇ ਜਿਹੜੇ ਵਿਚਾਰ ਨੇ ਉਹ ਤੇ ਬੁੜਿਆਂ ਵਾਲੇ ਨੇ, ਸਿਆਣਿਆਂ ਵਾਲੇ ਨੇ, ਬਜ਼ੁਰਗਾਂ ਵਾਲੇ ਨੇ। ਇਹ ਤੈਨੂੰ ਸਿੱਖਿਆ ਕਿੱਥੋਂ ਪ੍ਰਾਪਤ ਹੋਈ ਹੈ? ਗੁਰੂ ਕੀ ਸੰਗਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭਾਈ ਬੂੜਾ ਜੀ ਨੇ ਦੱਸਿਆ ਕਿ ਇੱਕ ਦਿਨ ਮੇਰੇ ਮਾਤਾ ਜੀ ਚੁੱਲ੍ਹੇ ਦੇ ਵਿੱਚ ਅੱਗ ਜਿਹੜੀ ਬਾਲ ਰਹੇ ਸਨ ਤੇ ਉਸ ਵੇਲੇ ਉਹਨਾਂ ਨੇ ਜਦੋਂ ਵੱਡੀਆਂ ਲੱਕੜਾਂ ਲਾਈਆਂ ਤੇ ਉਹ ਬਲੀਆਂ ਨਹੀਂ। ਤੇ ਜਦੋਂ ਉਹਨਾਂ ਨੇ ਛੋਟੀਆਂ-ਛੋਟੀਆਂ ਲੱਕੜਾਂ ਡੱਕਰੇ ਜਿਹੜੇ ਸੀ ਜਾਂ ਮਲੀ ਮੁਲੀ ਪਾ ਕੇ ਅੱਗ ਮਚਾਈ ਤੇ ਉਸੇ ਵੇਲੇ ਅੱਗ ਮਚੀ। ਤੇ ਮੇਰੇ ਮਨ ਵਿੱਚ ਆਇਆ ਕਿ ਅੱਗ ਜਿਹੜੀ ਏ ਉਹ ਵੀ ਛੋਟੀ ਚੀਜ਼ ਨੂੰ ਛੇਤੀ ਫੜਦੀ ਏ, ਇਸ ਕਰਕੇ ਸਮੇਂ ਦਾ ਪਤਾ ਨਹੀਂ ਹੈ ਕਿ ਕਦੋਂ ਸੰਸਾਰ ਤੋਂ ਚਲੇ ਜਾਣਾ ਏ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਨਾਲ ਹੀ ਦੂਸਰਾ ਬਚਨ ਕੀਤਾ ਕਿ ਇੱਕ ਵਾਰ ਮੁਗਲਾਂ ਨੇ ਵੀ ਸਾਡੇ ਇਲਾਕੇ ਵਿੱਚ ਚੜ੍ਹਾਈ ਕੀਤੀ ਤੇ ਉਹਨਾਂ ਨੇ ਆ ਕੇ ਕੱਚੀ ਪੱਕੀ ਤੇ ਡੱਡਰੀ ਫਸਲ ਜਿਹੜੀ ਸੀ ਉਹਨੂੰ ਵੀ ਵੱਢਣਾ ਸ਼ੁਰੂ ਕਰ ਦਿੱਤਾ ਤੇ ਕਿਸੇ ਦੇ ਵਿੱਚ ਜੁਰਤ ਨਹੀਂ ਸੀ ਕਿ ਉਹਨਾਂ ਮੁਗਲਾਂ ਨੂੰ ਰੋਕਿਆ ਜਾਵੇ। ਤੇ ਜਦੋਂ ਇਹ ਵੇਖਿਆ ਤੇ ਉਦੋਂ ਵੀ ਮਨ ਵਿੱਚ ਆਇਆ ਕਿ ਜਮਾਂ ਨੂੰ ਕੌਣ ਆ ਕੇ ਰੋਕੇਗਾ, ਜਮਾਂ ਦੇ ਕੋਲੋਂ ਸਾਡੀ ਬਾਂਹ ਕੌਣ ਛਡਾਵੇਗਾ। ਕਿਉਂਕਿ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਫੈਸਲਾ ਹੈ, ਭਾਵੇਂ ਕਿ ਉਸ ਵੇਲੇ ਨਹੀਂ, ਇਹ ਬਾਅਦ ਵਿੱਚ ਸਤਿਗੁਰੂ ਸਾਹਿਬ ਜੀ ਦੀ ਧੁਰ ਕੀ ਬਾਣੀ ਹੈ ਕਿ ਹਰੀ ਨਾਹੀ ਨਹਿ ਡੱਡਰੀ ਪੱਕੀ ਵੱਢਣ ਹਾਰ ਲੈ ਲੈ ਦਾਤ ਪਹੁੰਚਿਆ ਲਾਵੇ ਕਰ ਦਿਆਰ। ਆਪਾਂ ਸਾਰੇ ਜ਼ਿਮੀਂਦਾਰਾ ਕਰਨ ਵਾਲੇ ਹਾਂ। ਕਿਸਾਨ ਜਿਹੜਾ ਹੈ ਆਪਣੇ ਖੇਤਾਂ ਵਿੱਚ ਬੀਜ ਬੋਂਦਾ ਏ, ਭਾਵੇਂ ਕਣਕ ਹੈ, ਭਾਵੇਂ ਝੋਨਾ ਹੈ ਤੇ ਭਾਵੇਂ ਕਿਸੇ ਵੀ ਤਰ੍ਹਾਂ ਦੀ ਫਸਲ ਹੈ, ਪਰ ਜਦੋਂ ਉਸ ਨੂੰ ਜ਼ਰੂਰਤ ਪਵੇ ਉਹ ਛੋਟੀ ਨੂੰ ਵੀ ਵੱਢ ਲੈਂਦਾ ਏ। ਉਹ ਜਦੋਂ ਡੱਡਿਆਂ ਦੇ ਉੱਤੇ ਆਈ ਹੋਵੇ, ਨਿਸਰਨ ਵਾਲੀ ਹੋਵੇ ਤੇ ਉਸ ਨੂੰ ਵੀ ਵੱਢ ਲੈਂਦਾ ਏ ਤੇ ਪੱਕੀ ਨੂੰ ਤੇ ਵੱਢਣਾ ਹੀ ਹੈ। ਜਿਵੇਂ ਉਹ ਕਾਮਿਆਂ ਨੂੰ ਤਿਆਰ ਕਰਕੇ ਹੱਥਾਂ ਵਿੱਚ ਦਾਤਰੀਆਂ ਲੈ ਕੇ ਜਾਂਦਾ ਏ, ਇਸੇ ਤਰ੍ਹਾਂ ਜੰਮ ਜਿਹੜੇ ਉਹ ਮੌਤ ਰੂਪ ਬਣ ਕੇ ਆ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਇਹ ਬਚਨ ਦੱਸਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਾ ਜੀ ਦੇ ਬਚਨਾਂ ਨੂੰ ਜਿਹੜਾ ਸੀ ਉਹ ਵਿਚਾਰਿਆ, ਸੁਣਿਆ ਤੇ ਪ੍ਰਸੰਨਤਾ ਜਿਹੜੀ ਸੀ ਨਾਲ ਹਾਸਲ ਹੋਈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰ ਦਾ ਸਦਕਾ ਗੁਰੂ ਕੀ ਸੰਗਤ ਬਾਬਾ ਬੁੱਢਾ ਜੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੋ ਗਏ। ਕਿਉਂਕਿ ਪ੍ਰੇਮ ਜਿਹੜਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਵੀ ਕਰਨਾ ਸਿਖਾਇਆ ਹੈ। ਧੁਰ ਕੀ ਬਾਣੀ ਆਪਾਂ ਪੜ੍ਹਦੇ ਹਾਂ, ਭਾਵੇਂ ਇਸ ਤੋਂ ਪਹਿਲਾਂ ਬੜੇ ਧਾਰਮਿਕ ਗ੍ਰੰਥ ਸਨ, ਵੱਖ-ਵੱਖ ਧਰਮਾਂ ਦੇ ਵੱਖ-ਵੱਖ ਤਰ੍ਹਾਂ ਦੇ ਧਾਰਮਿਕ ਆਗੂ ਆਏ ਜਿਨ੍ਹਾਂ ਨੇ ਆ ਕੇ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ। ਪਰ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਜਪਜੀ ਸਾਹਿਬ ਜੀ ਦੀ ਪ੍ਰਥਮ ਬਾਣੀ ਦਾ ਪਹਿਲਾ ਜਿਹੜਾ ਇੱਕ ਸੀ ਉਹ ਗਣਿਤ ਦਾ ਲਾਇਆ ਕਿ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਇੱਕ ਹੈ। ਉਸ ਦਾ ਕੋਈ ਆਕਾਰ ਨਹੀਂ ਹੈ, ਉਹ ਸਰਵ ਵਿਆਪਕ ਹੈ ਤੇ ਉਹ ਸਦੀਵ ਕਾਲ ਰਹਿਣ ਵਾਲਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰ ਦਾ ਸਦਕਾ ਬਾਬਾ ਜੀ ਜਿਹੜੇ ਸਨ ਉਹ ਸਤਿਗੁਰੂ ਸਾਹਿਬ ਜੀ ਦੇ ਨਾਲ ਗੁਰੂ ਕੀ ਸੰਗਤ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਚਲੇ ਗਏ, ਜਿੱਥੇ ਅੱਜ ਆਪਾਂ ਪਾਕਿਸਤਾਨ ਕੋਰੀਡੋਰ ਦੇ ਰਾਹੀਂ ਦਰਸ਼ਨ ਕਰਨ ਵਾਸਤੇ ਜਾਂਦੇ ਆ। ਚਰੋਕਣੀ ਮੰਗ ਤੋਂ, ਅਰਦਾਸਾਂ ਕਰਨ ਤੋਂ ਜਥੇ ਲੈ ਕੇ 1947 ਤੋਂ ਇਹ ਵੰਡ ਹੋਈ ਤੇ ਥੋੜਾ ਸਮਾਂ ਪਹਿਲਾਂ ਆ ਕੇ ਇਹ ਜਿਹੜੀ ਦਾਤ ਹੈ, ਇਹ ਜਿਹੜੀ ਬਖਸ਼ਿਸ਼ ਹੈ ਗੁਰੂ ਨੇ ਸਾਡੀ ਝੋਲੀ ਵਿੱਚ ਪਾਈ। ਤੇ ਮੈਂ ਇੱਥੇ ਵਿਸਥਾਰ ਨਾਲ ਇਹ ਗੱਲ ਵੀ ਕਰਾਂ ਕਿ ਕਈ ਲੋਕ ਵਿਦੇਸ਼ ਜਾਣ ਤੋਂ ਕੋਰੀਡੋਰ ਕਰਤਾਰਪੁਰ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਦਰਸ਼ਨ ਕਰਨ ਤੋਂ ਡਰਦੇ ਨੇ ਕਿ ਸ਼ਾਇਦ ਸਾਡੇ ਵਿਦੇਸ਼ਾਂ ਦੇ ਵੀਜ਼ੇ ਨਾ ਲੱਗਣ। ਇਹ ਡਰ ਸਾਡੇ ਮਨਾਂ ਅੰਦਰ ਪਾਇਆ ਗਿਆ ਹੈ, ਇਹ ਸਾਡੇ ਵਿੱਚ ਸਮਝਾਇਆ, ਸਾਨੂੰ ਡਰ ਪਾਇਆ ਗਿਆ ਕਿ ਲੋਕ ਜਿਹੜੇ ਉਸ ਧਰਤੀ ਤੇ ਨਾ ਜਾਣ ਤੇ ਟੁੱਟ ਜਾਣ। ਗੁਰੂ ਕੀ ਸੰਗਤ ਅਸੀਂ ਰੋਜ਼ਾਨਾ ਅਰਦਾਸ ਕਰਦੇ ਹਾਂ ਕਿ ਵਿਛੜੇ ਗੁਰਧਾਮਾਂ ਦੀ ਸੇਵਾ ਸੰਭਾਲ ਜਿਹੜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਖਾਲਸਾ ਪੰਥ ਤੋਂ ਵਿਛੋੜਿਆ ਗਿਆ ਹੈ, ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਜਿਹੜੀ ਉਹ ਖਾਲਸੇ ਦੀ ਝੋਲੀ ਵਿੱਚ ਪਾਈ ਜਾਵੇ। ਪਰ ਇਹ ਬਖਸ਼ਿਸ਼ ਸਾਡੇ ਤੇ ਪ੍ਰਾਪਤ ਹੋਈ, ਅਸੀਂ ਸਵੇਰੇ ਜਾ ਕੇ ਸ਼ਾਮ ਨੂੰ ਆ ਸਕਦੇ ਹਾਂ। ਤੇ ਮੈਂ ਤੁਹਾਨੂੰ ਅੱਜ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਤੋਂ ਬੇਨਤੀ ਕਰਾਂ ਕਿ ਭਾਈ ਪਾਸਪੋਰਟ ਦੇ ਉੱਤੇ ਵੀਜ਼ਾ ਨਹੀਂ ਲੱਗਦਾ, ਵੱਖਰੇ ਫਾਰਮ ਦੇ ਉੱਪਰ ਵੀਜ਼ਾ ਲੱਗਦਾ ਹੈ ਤੇ ਪਾਸਪੋਰਟ ਤੇ ਮੋਹਰ ਵੀ ਨਹੀਂ ਲੱਗਦੀ। ਪਾਸਪੋਰਟ ਤੇ ਇਨਕੁਆਰੀ ਹੁੰਦੀ ਹੈ, ਆਪਾਂ ਸਵੇਰੇ ਜਾ ਕੇ ਤੇ 8 ਵਜੇ 9 ਵਜੇ ਜਾ ਕੇ 4-5 ਵਜੇ ਤੱਕ ਖੁੱਲੇ ਦਰਸ਼ਨ ਦੀਦਾਰ ਕਰਕੇ ਵਾਪਸ ਆ ਸਕਦੇ ਹਾਂ। ਉਹ ਧਰਤੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ, ਜਿੱਥੇ ਭਾਈ ਅਜਿੱਤੇ ਰੰਧਾਵੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਗਰ ਵਸਾਉਣ ਵਾਸਤੇ ਬੇਨਤੀ ਕੀਤੀ ਤੇ ਜ਼ਮੀਨ ਵੀ ਭੇਟਾ ਕੀਤੀ। ਉੱਥੇ ਨਾਲ ਨਾਲ ਗੁਰੂ ਕੀ ਸੰਗਤ ਕਰੋੜੀ ਨਾਮ ਦਾ ਇੱਕ ਸੇਠ ਸੀ ਜਿਨੇ 100 ਵਿਗਾ ਜ਼ਮੀਨ ਦਿੱਤਾ। ਪਹਿਲਾਂ ਤੇ ਉਹ ਗੁਰੂ ਘਰ ਤੋਂ ਆਨਾਕਾਨੀ ਕਰਦਾ ਸੀ, ਪਰ ਜਦੋਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਦੇ ਦੀਦਾਰ ਕੀਤੇ ਤੇ ਗੁਰੂ ਕੀ ਸੰਗਤ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ, ਜਦੋਂ ਗੁਰੂ ਦੇ ਸਨਮੁਖ ਦੀਦਾਰ ਹੋਏ ਤੇ ਆਪਾਂ ਸਮਰਪਿਤ ਕਰਕੇ ਗੁਰੂ ਦਾ ਸਿੱਖ ਬਣ ਗਿਆ, ਗੁਰੂ ਘਰ ਦਾ ਸੇਵਾਦਾਰ ਬਣ ਗਿਆ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਨਗਰ ਵਸਾਇਆ, ਖੇਤੀ ਕੀਤੀ ਤੇ ਸਾਨੂੰ ਉਪਦੇਸ਼ ਕੀਤਾ ਕਿ ਭਾਈ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਅਨੰਨ ਪਿਆਰੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਰਹਿ ਕੇ ਸੇਵਾਵਾਂ ਨਿਭਾਈਆਂ, ਜਿੱਥੇ ਦਿਨ ਰਾਤ ਦੀ ਸੇਵਾ। ਇਹੋ ਜੀ ਸੇਵਾ ਗੁਰੂ ਕੀ ਸੰਗਤ ਕੇ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਹਰ ਤਰ੍ਹਾਂ ਦੀ ਸੇਵਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਰਹਿ ਕੇ ਨਿਭਾਈ। ਉਸੇ ਧਰਤੀ ਤੇ ਭਾਈ ਲਹਿਣਾ ਜੀ ਘੋੜੀ ਤੇ ਚੜ੍ਹ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਆਉਂਦੇ ਨੇ। ਜਦੋਂ ਦੀਦਾਰ ਹੋਏ, ਮਿਲਾਪ ਹੋਇਆ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਤੇ ਸੀਸ ਰੱਖਿਆ ਤੇ ਪਰਤ ਕੇ ਚੁੱਕਿਆ ਨਹੀਂ। ਸੇਵਾ ਵਿੱਚ ਲੱਗ ਗਏ। ਹਰ ਤਰ੍ਹਾਂ ਦੀ ਸੇਵਾ ਭਾਈ ਲਹਿਣਾ ਜੀ ਨੇ ਕੀਤੀ। ਗੁਰੂ ਕੀ ਸੰਗਤ ਤੇ ਗੁਰੂ ਨਾਨਕ ਦੇ ਘਰ ਦੀ ਜੋ ਮਰਜ਼ਾਦਾ ਹੈ ਕਿ ਭਾਈ ਇੱਥੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ, ਦਤਾਣਿਆਂ ਨੂੰ ਤਾਣ ਮਿਲਦਾ ਹੈ। ਇਹ ਦੀਨਾਂ ਤੇ ਦਇਆ ਕਰਨ ਵਾਲਾ ਹੈ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹਰ ਪਰਖ ਦੀ ਕਸਵੱਟੀ ਤੇ ਖਰੇ ਉਤਰਦਿਆਂ ਵੇਖ ਕੇ ਭਾਈ ਲਹਿਣਾ ਜੀ ਨੂੰ ਇਹ ਗੁਰਤਾ ਗੱਦੀ ਦੀ ਬਖਸ਼ਿਸ਼ ਜਿਹੜੀ ਸੀ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਵਿਚਾਰ ਕਰਕੇ ਇਹ ਦਾਤ ਜਿਹੜੀ ਸੀ ਉਹਨਾਂ ਦੀ ਝੋਲੀ ਵਿੱਚ ਟਿਕਾਈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਪਦੇਸ਼ ਕੀਤਾ ਕਿ ਭਾਈ ਲਹਿਣਾ ਜੀ ਨੂੰ ਕਿ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਜੋਤ ਜਿਹੜੀ ਤੁਹਾਡੇ ਅੰਦਰ ਟਿਕੀ ਹੈ ਉਹ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਵਿੱਚ ਖਡੂਰ ਸਾਹਿਬ ਦੀ ਧਰਤੀ ਤੇ ਪ੍ਰਚਾਰ ਪ੍ਰਸਾਰ ਕਰਨਾ ਹੈ। ਗੁਰੂ ਕੀ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੂਸਰੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੀ ਧਰਤੀ ਤੇ ਪੁੱਜੇ ਤੇ ਮਾਈ ਵਰਾਈ ਦੇ ਘਰ ਅੰਦਰ ਵੜ ਕੇ ਭਗਤੀ ਕਰਦੇ ਨੇ। ਬਾਹਰ ਤਾਲਾ ਲਗਾਏ। ਉਧਰੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਾਸ ਸੰਗਤਾਂ ਆਈਆਂ। 6 ਮਹੀਨਿਆਂ ਦਾ ਸਮਾਂ ਬੀਤ ਗਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦੀਦਾਰ ਨਹੀਂ ਹੋ ਰਹੇ। ਸਤਿਗੁਰੂ ਸਾਹਿਬ ਜੀ ਨੇ ਸੰਗਤਾਂ ਸਮੇਤ ਜਦੋਂ ਜਾ ਕੇ ਬੇਨਤੀ ਕੀਤੀ ਤੇ ਮਾਈ ਵਰਾਈ ਨੇ ਦੱਸਿਆ ਕਿ ਮੇਰੇ ਵੱਸ ਦਾ ਰੋਗ ਨਹੀਂ ਹੈ, ਕਿਉਂਕਿ ਇਹ ਗੁਰੂ ਸਾਹਿਬ ਜੀ ਦਾ ਹੁਕਮ ਹੈ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਅਨੰਨ ਪਿਆਰੇ ਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਕੀ ਸੰਗਤ ਭਾਈ ਬਲਵੰਡ ਜੀ ਨੂੰ ਨਾਲ ਲੈ ਕੇ ਸੰਗਤਾਂ ਸਮੇਤ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਸਨਮੁਖ ਉਸ ਅਸਥਾਨ ਤੇ ਸ਼ਬਦ ਪੜ੍ਹਦੇ ਨੇ, ਗੁਰਬਾਣੀ ਦੇ ਕੀਰਤਨ ਦੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਨੇ। ਬਲਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਦੋਂ ਪਾਵਨ ਬਾਣੀ ਦੇ ਬੋਲ ਧੁਰਕੀ ਬਾਣੀ ਦੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਪਾਵਨ ਬਾਣੀ ਦੇ ਬੋਲ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਗੁਰੂ ਕੀ ਸੰਗਤ ਸਰਵਣਾ ਵਿੱਚ ਪਏ ਗੂੰਜੇ ਤੇ ਉਸੇ ਵੇਲੇ ਚਾਬੀ ਦੇ ਕੇ ਤੇ ਦਰਵਾਜ਼ਾ ਖੋਲਿਆ। ਗੁਰੂ ਕੀਆਂ ਸੰਗਤਾਂ ਨੂੰ ਦੀਦਾਰ ਦਿੱਤੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਸ ਅਸਥਾਨ ਦੇ ਉੱਤੇ ਲੰਗਰ ਦੀ ਪ੍ਰਥਾ ਚਲਾਈ, ਜਿਹੜੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲੋੜਵੰਦਾਂ ਨੂੰ, ਸਾਧੂਆਂ ਨੂੰ, ਭੁੱਖਿਆਂ ਨੂੰ ਉਹ ਰਾਸ਼ਨ ਛਕਾਇਆ ਸੀ, ਲੰਗਰ ਛਕਾਇਆ ਸੀ, ਸੇਵਾ ਕੀਤੀ ਸੀ। ਤੇ ਗੁਰੂ ਕੀ ਸੰਗਤ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਵੇਖਿਆ ਕਿ ਸਮੇਂ ਦੀ ਮੰਗ ਹੈ। 24 ਘੰਟੇ ਲੰਗਰ ਤਿਆਰ ਕਰਨ ਵਾਸਤੇ ਜਿੱਥੇ ਗੁਰਬਾਣੀ ਦਾ ਲੰਗਰ ਜਿਹੜਾ ਹੈ ਉਹ ਚੱਲਣਾ ਹੈ, ਸ਼ਬਦ ਗੁਰੂ ਦਾ ਲੰਗਰ ਚੱਲਣਾ ਹੈ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਖਸ਼ਿਸ਼ ਜਿਹੜੀ ਸੀ ਉਹ ਕੀਤੀ ਕਿ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ। ਉੱਥੇ ਜਿੱਥੇ ਕੜਾਹ ਲੰਗਰ ਵਰਤਦਾ ਉੱਥੇ ਗੁਰੂ ਕੀ ਸੰਗਤ ਖੀਰ ਦੇ ਵਿੱਚ ਦੇਸੀ ਘਿਓ ਪਾ ਕੇ ਸੰਗਤਾਂ ਨੂੰ ਛਕਾਇਆ ਜਾਂਦਾ, ਸ਼ਬਦ ਗੁਰੂ ਦੇ ਨਾਲ ਜੋੜਿਆ ਜਾਂਦਾ। ਮੱਲ ਅਖਾੜਾ ਰਚਿਆ, ਉੱਥੇ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀਆਂ ਸੇਵਾਵਾਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਨਮੁਖ ਉਹਨਾਂ ਦੇ ਹਾਜ਼ਰ ਰਹਿ ਕੇ ਨਿਭਾਈਆਂ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਵਾਸਤੇ ਭਾਵੇਂ ਕਿ ਉਹਨਾਂ ਦੇ ਜੀਵਨ ਦਾ ਲਮੇਰਾ ਸਮਾਂ ਜਿਹੜਾ ਸੀ ਗੁਰੂ ਕੀ ਸੰਗਤ ਬਾਬਾ ਅਮਰਦਾਸ ਜੀ ਗੁਰੂ ਦੀ ਭਾਲ ਦੇ ਵਿੱਚ ਯਾਤਰਾਵਾਂ ਕਰਦੇ ਸਨ, ਪਰ ਮਨ ਨੂੰ ਸ਼ਾਂਤੀ ਨਹੀਂ ਸੀ ਮਿਲਦੀ। ਜਦੋਂ ਆਪਣੇ ਘਰ ਦੇ ਵਿੱਚੋਂ ਗੁਰਬਾਣੀ ਦੇ ਬੋਲ ਕੰਨਾਂ ਵਿੱਚ ਪਏ ਤੇ ਖਡੂਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਪੁੱਜੇ
ਤੇ ਗੁਰੂ ਕੀ ਸੰਗਤ ਉਹਨਾਂ ਦੇ ਚਰਨਾਂ ਤੇ ਸਿਰ ਰੱਖਿਆ, ਪਰਤ ਕੇ ਚੁੱਕਿਆ ਨਹੀਂ। ਸੇਵਾ ਤੇ ਸਿਮਰਨ ਵਿੱਚ ਲੱਗ ਗਏ। ਜਿੱਥੇ ਸੇਵਾ ਕੀਤੀ ਉੱਥੇ ਆਪਣੇ ਸੇਵਾ ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਜਦੋਂ ਇਹ ਦਾਤ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਰਾਹੀਂ ਪ੍ਰਾਪਤ ਹੋਈ ਗੁਰਤਾ ਗੱਦੀ, ਤੇ ਆਪਣੇ ਜੀਵਨ ਦਾ ਤਜਰਬਾ ਸੰਗਤਾਂ ਨਾਲ ਸਾਂਝੇ ਕਰਦੇ ਹੋਏ ਬਾਬਾ ਅਮਰਦਾਸ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਗੁਰੂ ਕੀ ਸੰਗਤਾਂ ਦੇ ਨਾਲ ਧੁਰ ਕੀ ਬਾਣੀ ਰਾਹੀਂ ਸਾਂਝਾ ਕੀਤਾ ਕਿ ਪਿਆਰਿਓ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਭਾਈ ਗੁਰੂ ਕੀ ਸੇਵਾ ਸਫਲੀ ਏ, ਪਰ ਜੇ ਕੋਈ ਚਿਤ ਲਾ ਕੇ ਕਰਦਾ ਏ, ਮਨ ਲਾ ਕੇ ਕਰਦਾ ਏ, ਤੇ ਫਿਰ ਕੀ ਪ੍ਰਾਪਤ ਹੁੰਦਾ ਏ? ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚ ਹੋ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਫਿਰ ਬੋਲ ਕੇ ਅਰਦਾਸ ਨਹੀਂ ਕਰਨੀ ਪੈਂਦੀ, ਫਿਰ ਤੇ ਬਿਨ ਬੋਲਿਆ ਸਭ ਕੁਝ ਜਾਣਦਾ, ਕਿਛ ਆਗਿਆ ਕੀਚੇ ਅਰਦਾਸ। ਤੇ ਗੁਰੂ ਕੀ ਸੰਗਤ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾਂਦੇ ਨੇ। ਗੁਰੂ ਕੇ ਸਪੁੱਤਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਈਰਖਾ ਕਰਦੇ ਨੇ, ਪਰ ਸਤਿਗੁਰੂ ਘੋੜੀ ਤੇ ਚੜ ਕੇ ਤੇ ਉਸ ਸਥਾਨ ਤੇ ਸੰਨ ਸਾਹਿਬ ਬਾਸਰ ਕੇ ਗੁਰੂ ਅਮਰਦਾਸ ਮਹਾਰਾਜ ਆਪਣੇ ਨਗਰ ਵਿੱਚ ਚਲੇ ਜਾਂਦੇ ਨੇ। ਉਸ ਸਥਾਨ ਤੇ ਕਮਰੇ ਨੂੰ ਅੰਦਰੋਂ ਤਾਲਾ ਲਗਾ ਕੇ ਤੇ ਬਾਹਰ ਲਿਖ ਕੇ ਲਾ ਦਿੱਤਾ ਹੈ ਕਿ ਜਿਹੜਾ ਵੀ ਸਾਡਾ ਦਰਵਾਜ਼ਾ ਖੋਲੇਗਾ ਉਹ ਸਾਡਾ ਸਿੱਖ ਨਹੀਂ ਤੇ ਅਸੀਂ ਉਸ ਦੇ ਗੁਰੂ ਨਹੀਂ। ਤੇ ਸੰਗਤਾਂ ਫੇਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀਆਂ ਕਰਦੀਆਂ ਏ ਕਿ ਸਤਿਗੁਰੂ ਸਾਹਿਬ ਜੀ ਦੇ ਦੀਦਾਰ ਨਹੀਂ ਹੋ ਰਹੇ, ਅਸੀਂ ਦੀਦਾਰ ਵੀ ਕਰਨੇ ਆ, ਉਹਨਾਂ ਦਾ ਸੰਗ ਕਰਨਾ ਏ, ਸੰਗਤ ਕਰਨੀ ਏ। ਤੇ ਗੁਰੂ ਕੀ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਅਨੰਨ ਪਿਆਰੇ ਸਿੱਖ ਬਾਬਾ ਜੀ ਕਹਿੰਦੇ ਜਿਹੜੀ ਘੋੜੀ ਮਹਾਂਪੁਰਸ਼ਾਂ ਨੂੰ ਗੁਰੂ ਸਾਹਿਬ ਜੀ ਨੂੰ ਉਸ ਸਥਾਨ ਤੇ ਛੱਡ ਕੇ ਆਈਏ, ਆਪਾਂ ਸਾਰਿਆਂ ਨੇ ਉਸ ਘੋੜੀ ਦੇ ਪਿੱਛੇ ਪਿੱਛੇ ਗੁਰੂ ਗੁਰੂ ਕਰਦਿਆਂ ਸ਼ਬਦ ਕੀਰਤਨ ਕਰਦਿਆਂ ਜਾਣਾ ਏ। ਉਹ ਘੋੜੀ ਉਸੇ ਸਥਾਨ ਤੇ ਜਾ ਕੇ ਰੁਕ ਗਈ। ਜਦੋਂ ਉਹ ਲਿਖਿਆ ਪੜਿਆ ਤੇ ਅਚੰਭਾ ਵੀ ਹੋਇਆ, ਸੰਗਤਾਂ ਦੇ ਮਨ ਵਿੱਚ ਉਦਾਸੀ ਆਈ, ਪਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਪਿਛਲੇ ਪਾਸੇ ਤੋਂ ਮਘੋਰਾ ਕੱਢ ਕੇ ਸੰਨ ਲਾ ਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਜਾ ਕੇ ਗੁਰੂ ਕੀ ਸੰਗਤ ਉਹਨਾਂ ਦੇ ਚਰਨਾਂ ਤੇ ਸਿਰ ਰੱਖਿਆ ਤੇ ਪਾਵਨ ਸ਼ਬਦ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਤੇ ਗੁਰੂ ਕੀ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਬੜੇ ਪਿਆਰ ਭਰੇ ਬਚਨ ਕੀਤੇ, ਬੇਨਤੀਆਂ ਕੀਤੀਆਂ ਕਿ ਸੰਗਤਾਂ ਵਿਆਕੁਲ ਹਨ, ਦਰਸ਼ਨਾਂ ਦੀ ਤਾਂਘ ਕਰ ਰਹੀਆਂ ਹਨ। ਤੇ ਉਸ ਵੇਲੇ ਸਤਿਗੁਰੂ ਸਾਹਿਬ ਜੀ ਬਾਬਾ ਜੀ ਦਾ ਬਚਨ ਮੰਨ ਕੇ ਸੰਗਤਾਂ ਸਮੇਤ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ। ਜਾਤ ਪਾਤ ਦਾ ਬਹੁਤ ਵੱਡਾ ਕੋੜ ਸੀ, ਬੋਲ ਬਾਲਾ ਸੀ, ਬੌਲੀ ਦਾ ਕੜ ਤੋੜਿਆ ਗੁਰੂ ਕੀ ਸੰਗਤ। ਇਸੇ ਤਰ੍ਹਾਂ ਸਤੀ ਪ੍ਰਥਾ ਨੂੰ ਬੰਦ ਕੀਤਾ, ਸ਼ਬਦ ਗੁਰੂ ਦੇ ਨਾਲ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਸੰਗਤਾਂ ਨੂੰ ਜੋੜਿਆ। ਤੇ ਉਸੇ ਹੀ ਸਥਾਨ ਦੇ ਉੱਤੇ ਭਾਈ ਜੇਠਾ ਜੀ, ਜਿਨ੍ਹਾਂ ਦੀ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਦਾ ਸਾਇਆ ਉਹਨਾਂ ਦੇ ਸਿਰ ਤੋਂ ਉੱਠ ਗਿਆ, ਚੂਨਾ ਮੰਡੀ ਲਾਹੌਰ ਦੇ ਰਹਿਣ ਵਾਲੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਭਾਈ ਜੇਠੇ ਦੇ ਰੂਪ ਵਿੱਚ ਆਪਣੀ ਨਾਨੀ ਦੇ ਪਾਸ ਬਾਸਰ ਕੇ ਨਗਰ ਗੁਰੂ ਅਮਰਦਾਸ ਮਹਾਰਾਜ ਦੇ ਨਗਰ ਆ ਗਏ। ਪਰ ਘਰ ਦੇ ਵਿੱਚੋਂ ਉਹ ਦਾਤ ਜਿਹੜੀ ਸੀ, ਕਿਰਤ ਕਰੋ, ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਪੱਲੇ ਬੰਨਿਆ। ਨਾਨੀ ਘੁੰਗਣੀਆਂ ਤਿਆਰ ਕਰਕੇ ਦਿੰਦੀ ਏ, ਦੋਤਾ ਘੁੰਗਣੀਆਂ ਵੇਚਣ ਵਾਸਤੇ ਜਾਂਦਾ ਏ, ਲੋੜਵੰਦਾਂ ਦੀ ਸੇਵਾ ਵੀ ਕਰਦਾ ਏ। ਜਦੋਂ ਪਤਾ ਲੱਗਿਆ ਕਿ ਸੇਵਾ ਦਾ ਕੁੰਭ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੈ ਤੇ ਭਾਈ ਜੇਠਾ ਜੀ ਗੋਇੰਦਵਾਲ ਸਾਹਿਬ ਰਹਿਣ ਲੱਗ ਗਏ, ਦਿਨ ਰਾਤ ਸੇਵਾ ਕਰਦੇ ਨੇ। ਇੱਕ ਦਿਨ ਸੇਵਾ ਕਰਦਿਆਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਮਹਿਲ ਕਹਿੰਦੇ ਕਿ ਆਪਣੀ ਸਪੁੱਤਰੀ ਵਾਸਤੇ, ਬੀਬੀ ਭਾਨੀ ਵਾਸਤੇ ਵਰ ਚਾਹੀਦਾ ਏ, ਪਰ ਵਰ ਇਹੋ ਜਿਹਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮਨ ਹੀ ਮਨ ਵਿੱਚ ਕਹਿੰਦੇ ਕਿ ਇਹੋ ਜਿਹਾ ਤੇ ਇਹੀ ਹੋ ਸਕਦਾ ਏ। ਤੇ ਗੁਰੂ ਕੀ ਸੰਗਤ ਸਤਿਗੁਰੂ ਸਾਹਿਬ ਜੀ ਨੇ ਸੇਵਾ ਵਿੱਚ ਨਿਪੁੰਨ ਜਾਣ ਕੇ ਇਹ ਬਖਸ਼ਿਸ਼ ਜਿਹੜੀ ਸੀ, ਉਹ ਦਾਤ ਜਿਹੜੀ ਸੀ ਗੁਰੂ ਕੀ ਸੰਗਤ ਗੁਰਤਾ ਗੱਦੀ ਦੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਭਾਈ ਜੇਠਾ ਜੀ ਦੇ ਹਿਰਦੇ ਅੰਦਰ ਟਿਕਾ ਦਿੱਤੀ। ਗੁਰੂ ਕੀ ਸੰਗਤ ਦੇ ਗੁਰੂ ਰਾਮਦਾਸ ਮਹਾਰਾਜ ਦਾ ਰੂਪ ਬਖਸ਼ਿਸ਼ ਕਰ ਦਿੱਤਾ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਕੀਤੇ, ਹੁਕਮ ਕੀਤਾ ਕਿ ਤੁਸੀਂ ਜਾ ਕੇ ਅੰਮ੍ਰਿਤਸਰ ਸਾਹਿਬ ਚੱਕ ਨਗਰ ਵਸਾਉਣਾ ਹੈ। ਤੇ ਗੁਰੂ ਕੀ ਸੰਗਤ ਉਸ ਸਥਾਨ ਦੇ ਉੱਤੇ ਜਿੱਥੇ ਅੱਜ ਆਪਾਂ ਸੰਤੋਖਸਰ ਸਾਹਿਬ, ਟਾਹਲੀ ਸਾਹਿਬ ਸਥਾਨ ਤੇ ਦਰਸ਼ਨ ਕਰਦੇ ਹਾਂ, ਉਸ ਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ਼ਹਿਰ ਵੀ ਵਸਾਇਆ, ਵੱਖ-ਵੱਖ ਕਿੱਤਾਕਾਰਾਂ ਨੂੰ ਲਿਆ ਕੇ ਤੇ ਸੇਵਾ ਵੀ ਜਿਹੜੀ ਉਸ ਸਥਾਨ ਦੀ ਕਰਾਈ। ਤੇ ਸਾਰੀ ਸੇਵਾ ਸਪੁਰਦਦਾਰੀ ਜਿਹੜੀ ਸੀ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਰਦੇ ਰਹੇ।
ਇਸ ਤੋਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਗ ਵੀ ਲਾਏ, ਖੇਤੀ ਵੀ, ਤੇ ਉੱਥੇ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੇਵਾ ਦੀ ਜ਼ਿੰਮੇਵਾਰੀ ਦਿੱਤੀ। ਗੁਰੂ ਕੀ ਸੰਗਤ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸੇਵਾ ਕੀਤੀ ਤੇ ਇਸੇ ਤਰ੍ਹਾਂ ਉਹਨਾਂ ਦੇ ਘਰ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਬਰਖੁਰਦਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ 3 ਸਾਹਿਬਜ਼ਾਦੇ ਬਖਸ਼ਿਸ਼ ਕੀਤੇ, ਜਿਨ੍ਹਾਂ ਵਿੱਚੋਂ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਬਾ ਜੀ ਦੇ ਨਾਲ ਸਲਾਹ ਮਸ਼ਵਰਾ ਕਰਕੇ ਪੁੱਛਿਆ ਕਿ ਤੁਹਾਡੇ ਅਨੁਸਾਰ ਸੇਵਾ ਦਾ ਯੋਗ ਕੌਣ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਸਿੱਖ ਬਾਬਾ ਬੁੱਢਾ ਜੀ ਨੇ ਕਿਹਾ ਕਿ ਆਪ ਜਾਣੀ ਜਾਣ ਹੋ, ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਅੰਦਰ ਅਤ ਦੀ ਨਿਮਰਤਾ ਹੈ, ਅਤ ਦੀ ਸੇਵਾ ਤੇ ਸਿਮਰਨ ਹੈ। ਗੁਰੂ ਕੀ ਸੰਗਤ ਇਹ ਬਖਸ਼ਿਸ਼ ਜਿਹੜੀ ਸੀ ਉਹਨਾਂ ਦੇ ਹਿਰਦੇ ਅੰਦਰ ਟਿਕਾਈ। ਇਹ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਹਿੱਸੇ ਵਿੱਚ ਸੇਵਾ ਆਈ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਪਾਵਨ ਕੁੱਖ ਤੋਂ 6ਵੇਂ ਪਾਤਸ਼ਾਹ ਦੇ ਰੂਪ ਵਿੱਚ ਬਾਲ ਸਾਹਿਬਜ਼ਾਦਾ ਸ਼੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ। ਗੁਰੂ ਕੀ ਵਿਡਾਲੀ ਸਾਹਿਬ ਜੀ ਦੇ ਪਾਵਨ ਬਚਨ ਹਨ ਕਿ ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਬਿਗਾਸ, ਜੰਮਿਆ ਪੂਤ ਭਗਤ ਗੋਵਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਗੁਰੂ ਕੀ ਸੰਗਤ, ਜਿੱਥੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 6ਵੇਂ ਪਾਤਸ਼ਾਹ ਮਹਾਰਾਜ ਦੀ ਇਹ ਬਖਸ਼ਿਸ਼ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਦੇ ਉੱਤੇ ਮਾਤਾ ਗੰਗਾ ਜੀ ਨੂੰ ਭੇਜ ਕੇ ਇਹ ਦਾਤ ਜਿਹੜੀ ਸੀ, ਇਹ ਮਹਾਨ ਜਿਹੜਾ ਸੇਵਾ ਸੀ, ਜਾਂ ਇਹ ਕਹਿ ਲਈਏ ਕਿ ਆਪਣੇ ਸੇਵਕ ਨੂੰ ਐਡਾ ਵੱਡਾ ਸੇਵਾ ਦਾ ਰੁਤਬਾ ਦੇਣਾ, ਐਡਾ ਵੱਡਾ ਮਾਣ ਸਨਮਾਨ ਦੇਣਾ, ਤੇ ਉਹ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸੰਗਤਾਂ ਦੀ ਸੇਵਾ ਵਾਸਤੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ 6 ਹਰਟਾ ਖੂਹ ਲਗਵਾਇਆ। ਐਸੀਆਂ ਮਹਾਨ ਸੇਵਾਵਾਂ ਕੀਤੀਆਂ, ਪਰ ਉਹਦੇ ਨਾਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਪਾਸ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦ ਕੇ ਤੇ ਜਿਹੜੀ ਬਾਂਹ ਸੀ 6ਵੇਂ ਪਾਤਸ਼ਾਹ ਦੀ ਉਹ ਫੜਾ ਦਿੱਤੀ। ਉਹਨਾਂ ਨੂੰ ਹਰ ਤਰ੍ਹਾਂ ਦੀ ਵਿਦਿਆ, ਤੀਰ ਬਾਜੀ, ਨਿਸ਼ਾਨੇ ਬਾਜੀ ਤੇ ਇਸੇ ਤਰ੍ਹਾਂ ਯੁੱਧ ਦੀ ਗਤਕੇ ਬਾਜੀ, ਤਲਵਾਰ ਬਾਜੀ, ਘੋੜ ਸਵਾਰੀ, ਹਰ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਸੀ ਗੁਰੂ ਕੀ ਸੰਗਤ, ਉਹ ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਬਖਸ਼ਿਸ਼ ਜਿਹੜੀ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਨਿਪੁੰਨ ਬਣਾਉਣਾ ਹੈ। ਉਹਨਾਂ ਨੂੰ ਪਤਾ ਸੀ ਆਉਣ ਵਾਲੇ ਸਮੇਂ ਦਾ, ਜਿਵੇਂ ਆਪਾਂ ਪਹਿਲਾਂ ਵਚਨ ਆਰੰਭ ਤੋਂ ਸ਼ੁਰੂ ਕੀਤਾ ਹੈ ਗੁਰੂ ਕੀ ਸੰਗਤ, ਕਿ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਧ ਸੁਆਮੀ ਸੰਧਾ। ਇਸ ਗੁਰੂ ਘਰ ਦੇ 4 ਦਰਵਾਜ਼ੇ ਨੇ। ਕਿਉਂ? ਕਿਉਂਕਿ ਉਪਦੇਸ਼ 4 ਵਰਨਾ ਕੋ ਸਾਂਝਾ, ਹਿੰਦੂ ਆਵੇ, ਮੁਸਲਮਾਨ ਆਵੇ, ਈਸਾਈ ਆਵੇ, ਸਿੱਖ ਆਵੇ, ਜੈਨੀ ਆਵੇ, ਬੋਧੀ ਆਵੇ, ਇੱਥੇ ਹਰ ਤਰ੍ਹਾਂ ਦੇ ਲੋਕਾਂ ਨੂੰ ਸਤਿਕਾਰ ਮਿਲਦਾ ਹੈ, ਪਿਆਰ ਮਿਲਦਾ ਹੈ। ਪਰ ਗੁਰੂ ਕੀ ਸੰਗਤ, ਭਾਵੇਂ ਸਾਡੇ ਨਾਲ ਕੋਈ ਧੱਕਾ ਵੀ ਕਰਦਾ ਹੈ, ਅਰਦਾਸ ਤੋਂ ਬਾਅਦ ਸਾਡੇ ਬਚਨ ਬੋਲਨੇ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਨਾਲ ਵੀ ਲੋਕ ਈਰਖਾ ਕਰਦੇ ਨੇ, ਸਰਬੱਤ ਦਾ ਭਲਾ ਮੰਗਣ ਵਾਲਿਆਂ ਦੇ ਨਾਲ ਵੀ ਲੋਕ ਬਹੁਤ ਕੁਝ ਕਰਦੇ ਨੇ। ਇਹ ਅੱਜ ਦੀ ਗੱਲ ਨਹੀਂ, ਕੱਲ ਦੀ ਗੱਲ ਨਹੀਂ। ਇਹ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ ਨਾ, ਪਾਂਡੇ ਉਦੋਂ ਮਗਰ ਲੱਗੇ ਸੀ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੀ ਉਹ ਜਿਹੜੀ ਚੱਲ ਰਹੀ ਮਨਮਤ ਸੀ ਉਹਨੂੰ ਚੈਲੰਜ ਕਰ ਦਿੱਤਾ ਸੀ ਕਿ ਭਾਈ ਜੇ ਜਨੇਊ ਪਾਉਣਾ ਹੀ ਹੈ ਨਾ, ਇਹ ਇਕੱਲੇ ਮਰਦਾਂ ਵਾਸਤੇ ਨਹੀਂ, ਇਹ ਔਰਤਾਂ ਵੀ ਪਾ ਸਕਦੀਆਂ, ਇਹ ਬੱਚੇ ਵੀ ਪਾ ਸਕਦੇ, ਇਹ ਬਜ਼ੁਰਗ ਵੀ ਪਾ ਸਕਦੇ। ਇਹ ਬਾਹਰੀ ਤੌਰ ਤੇ ਧਾਗੇ ਦਾ ਜਨੇਊ ਨਹੀਂ, ਇਹ ਤੇ ਭਾਈ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ 7 ਵਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਜਦੋਂ ਇਹ ਗੱਲ ਉਹਨਾਂ ਨੇ ਸੁਣੀ ਤੇ ਸਣ ਕੱਪੜੀ ਅੱਗ ਲੱਗੀ, ਉਸ ਟਾਈਮ ਦੇ ਤੁਹਾਡੇ ਮਗਰ ਲੱਗੇ ਨੇ। ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗੁਰੂ ਕੀ ਸੰਗਤ ਤਤੀਆਂ ਤਵੀਆਂ ਤੇ ਬਿਠਾ ਕੇ। ਸਤਿਗੁਰੂ ਸਾਹਿਬ ਜੀ ਦੇ ਸੀਸ ਤੱਤਾ ਰੇਤਾ ਪਾ ਕੇ ਉਬਲਦੀ ਦੇਗ ਵਿੱਚ ਉਬਾਲਿਆ ਗਿਆ, ਤਸੀਹੇ ਦੇ ਕੇ ਘੋਰ ਤਸ਼ੱਦਦ ਕਰਕੇ ਗੁਰੂ ਕੀ ਸੰਗਤ ਯਾਸ਼ਾ ਦੇ ਕਾਨੂੰਨ ਅਨੁਸਾਰ ਸ਼ਹੀਦ ਕੀਤਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਤਾ ਸੀ, ਤਾਂ ਹੀ ਉਹਨਾਂ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ
ਬਾਲ ਹਰਗੋਬਿੰਦ ਸਾਹਿਬਜ਼ਾਦੇ ਦੀ ਬਾਹ ਫੜਾਈ ਸੀ, ਤਿਆਰ ਬਰ ਤਿਆਰ ਕੀਤਾ ਸੀ। 11 ਸਾਲ ਦੀ ਉਮਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਹੋਈ ਤੇ ਉਸ ਵੇਲੇ ਗੁਰੂ ਕੀ ਸੰਗਤ ਕਹਿੰਦੇ ਕੋਠਾ ਸਾਹਿਬ ਵਾਲੇ ਅਸਥਾਨ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਅਤੇ ਬਾਬਾ ਬਿਧੀ ਚੰਦ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਜਾ ਕੇ ਉਹ ਜਿਹੜੀ ਬਖਸ਼ਿਸ਼ ਭਾਵੇਂ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰ ਗਏ ਸਨ, ਪਰ ਉਹ ਗੁਰਤਾ ਗੱਦੀ ਦੀ ਦਾਤ ਜਿਹੜੀ ਸੀ ਉਹ ਬਾਬਾ ਜੀ ਦੇ ਰਾਹੀਂ ਗੁਰੂ ਕੀ ਸੰਗਤ ਦਿੱਤੀ। ਤੇ ਨਾਲ ਹੀ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ, ਪਾਵਨ ਤਖਤ ਤਿਆਰ ਕੀਤਾ ਦਿੱਲੀ ਦੇ ਤਖਤ ਤੋਂ ਉੱਚਾ, ਤੇ ਸਤਿਗੁਰੂ ਸਾਹਿਬ ਜੀ ਨੇ ਹੁਕਮਨਾਮੇ ਭੇਜੇ ਕਿ ਭਾਈ ਜਿਹੜੇ ਵੀ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਚਾਹੁੰਦੇ ਨੇ ਉਹ ਆਪਣੇ ਘਰੋਂ ਚੰਗੀ ਜਵਾਨੀ, ਚੰਗੀ ਨਸਲ ਦੇ ਘੋੜੇ, ਚੰਗੇ ਸ਼ਸਤਰ ਲੈ ਕੇ ਆਉਣ। ਘੋੜ ਸਵਾਰ ਤਿਆਰ ਬਰ ਤਿਆਰ ਫੌਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਤਿਆਰ ਕੀਤੀ। ਗੁਰੂ ਘਰ ਦਾ ਕਿਸੇ ਨਾਲ ਕੋਈ ਈਰਖਾ ਵੈਰ ਵਿਰੋਧ ਨਹੀਂ ਸੀ ਗੁਰੂ ਕੀ ਸੰਗਤ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਜ਼ੁਲਮ ਦੇ ਖਿਲਾਫ ਟਾਕਰਾ ਸੀ, ਜ਼ਾਲਮਾਂ ਨੂੰ ਸੋਧਾ ਲਾਉਣ ਵਾਸਤੇ ਜੰਗ ਜਿੱਤੇ। ਇਸੇ ਤਰ੍ਹਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਦੋਂ ਗੁਰੂ ਕੀ ਸੰਗਤ ਅਖੀਰਲਾ ਸਮਾਂ ਆਇਆ, ਭਾਵੇਂ ਕਿਉਂਕਿ ਮਾਨਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਐਡੀਸ਼ਨਲ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜੇ ਸਾਡੇ ਵਿਚਕਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਕਮਲਾਂ ਵਿਖੇ ਨਮਸਕਾਰ ਕਰਕੇ ਸਟੇਜ ਤੇ ਸੱਜ ਚੁੱਕੇ ਹਨ, ਤਿਨਾਂ ਦਾ ਧੰਨਵਾਦ ਜੀ ਆਇਆਂ ਨੂੰ ਗੁਰੂ ਕੀ ਸੰਗਤ। ਸੋ ਸਮਾਂ ਜਿਹੜਾ ਸੀ ਆਪਾਂ ਨੂੰ ਉਸ ਢੰਗ ਦੇ ਨਾਲ ਵਿਚਾਰਨਾ ਪਿਆ, ਸੰਕੋਚ ਕਰਨਾ ਪਿਆ, ਕਿਉਂਕਿ ਮਹਾਨ ਸੇਵਾ ਜਿਹੜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਪਾਵਨ ਸਰੂਪ ਰਾਮਸਰ ਸਾਹਿਬ ਦੀ ਧਰਤੀ ਤੇ ਤਿਆਰ ਕੀਤਾ, ਉਸ ਵੇਲੇ ਵੀ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਸੀ ਮਿਲੀ। ਪੋਥੀ ਪਰਮੇਸ਼ਰ ਕਾ ਥਾਨ, ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਤੇ ਗੁਰੂ ਕੀ ਸੰਗਤ ਸਭ ਤੋਂ ਵੱਡੀ ਸੇਵਾ ਜਿਹੜੀ ਸੀ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਉਹ ਮਹਾਨ ਸੇਵਾ ਦਿੱਤੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ। ਪਾਵਨ ਸਰੂਪ ਤਿਆਰ ਕਰਕੇ ਬਾਬਾ ਜੀ ਦੇ ਸੀਸ ਤੇ ਟਿਕਾਇਆ, ਆਪ ਚੌਰ ਕਰਦੇ, ਸੰਗਤਾਂ ਗੁਰੂ ਕਰਦੀਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਤੇ ਬਾਬਾ ਜੀ ਨੂੰ ਕਿਹਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿ ਬੁੱਢਾ ਜੀ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੇ ਸਭ ਪੰਥ। ਗੁਰੂ ਕੀ ਸੰਗਤ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਪਾਵਨ ਬਾਣੀ ਦਾ ਪ੍ਰਕਾਸ਼ ਹੋਇਆ। ਬਾਬਾ ਜੀ ਨੇ ਹੁਕਮਨਾਮਾ ਲਿਆ, ਸੋਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਤੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰਾ ਦਿਨ ਦੇ ਦਰਸ਼ਨ ਦੀਦਾਰ ਕਰਨ ਤੋਂ ਉਪਰੰਤ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਕਿ ਪੋਥੀ ਦਾ ਸੁਖ ਆਸਣ ਕਿੱਥੇ ਕਰਨਾ ਹੈ, ਤੇ ਕਿਹਾ ਜਿੱਥੇ ਅਸੀਂ ਬਿਰਾਜਦੇ ਹਾਂ ਕੋਠਾ ਸਾਹਿਬ ਵਾਲੇ ਅਸਥਾਨ ਤੇ, ਉਸ ਪਲੰਘੇ ਤੇ ਸੁੰਦਰ ਵਿਛਾਈ ਕਰਕੇ ਇੰਨੀ ਬਾਣੀ ਦਾ ਸਤਿਕਾਰ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਤੇ ਗੁਰੂ ਕੀ ਸੰਗਤ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਮੇਂ ਬਾਬਾ ਜੀ ਇਸ ਸਥਾਨ ਦੇ ਉੱਤੇ ਤਕਰੀਬਨ 25 ਸਾਲ ਦਾ ਸਮਾਂ ਲਏ ਸੰਗਤਾਂ ਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਤੇ ਇੱਥੋਂ ਹੀ ਯਾਦ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤੇ ਸਨ ਕਿ ਬਾਬਾ ਜੀ ਅਸੀਂ ਤੁਹਾਡੇ ਤੋਂ ਓਲੇ ਨਹੀਂ ਹੋਵਾਂਗੇ। ਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਸਥਾਨ ਤੇ ਆਏ। ਦਾਸ ਤੋਂ ਪਹਿਲਾਂ ਭਾਈ ਹਿੰਮਤਵੀਰ ਸਿੰਘ ਆਪ ਜੀ ਦੇ ਨਾਲ ਸਾਂਝ ਪਾ ਰਿਹਾ ਸੀ ਕਿ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਣ ਕੇ ਨਮਸਕਾਰ ਕੀਤੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਸੀਸ ਧਰ ਕੇ ਤੇ ਬਚਨ ਬਿਲਾਸ ਹੁੰਦੇ ਰਹੇ। ਪੰਜਾਂ ਗੁਰੂਆਂ ਦੇ ਜੀਵਨ ਦੇ ਸੰਬੰਧ ਵਿੱਚ ਪੁੱਛਿਆ, ਬਚਨ ਬਿਲਾਸ ਕਰਦਿਆਂ ਜਦੋਂ ਦੇਰ ਰਾਤ ਨਿਕਲ ਗਈ ਗੁਰੂ ਕੀ ਸੰਗਤ ਤੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ 6ਵੇਂ ਪਾਤਸ਼ਾਹ ਮਹਾਰਾਜ ਨੇ ਇਸ਼ਨਾਨ ਕਰਕੇ ਤਿਆਰ ਬਰ ਤਿਆਰ ਤੇ ਜਦੋਂ ਗੁਰੂ ਕੀ ਸੰਗਤ ਪਾਠ ਦੀ ਸੰਪੂਰਨਤਾ ਹੋਈ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਸ ਸਮੇਂ ਉਹ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਅਨੰਨ ਪਿਆਰੇ ਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਿਹੜੇ ਪ੍ਰਾਣ ਪੰਖੇਰੂ ਸਨ ਉਹ ਉੱਡ ਗਏ। ਭਾਵੇਂ ਸਰੀਰ ਕਰਕੇ ਬਾਬਾ ਜੀ ਸੰਸਾਰ ਤੋਂ ਚਲੇ ਗਏ, ਅੱਜ ਆਪਾਂ ਗੁਰੂ ਕੀ ਸੰਗਤ ਵਿਸ਼ਵ ਭਰ ਦੇ ਵਿੱਚ ਬਾਬਾ ਜੀ ਨੂੰ ਯਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਸੇਵਾ ਤੇ ਸਿਮਰਨ ਕੀਤਾ। ਸਾਨੂੰ ਵੀ ਸੇਵਾ ਵਾਸਤੇ ਉਹਨਾਂ ਨੇ ਉਪਦੇਸ਼ ਕੀਤਾ। ਗੁਰੂ ਕੀ ਸੰਗਤ ਅੱਜ ਦਾ ਇਹ ਦਿਹਾੜਾ ਜਿਹੜਾ ਮਨਾਉਣ ਦਾ ਮੁੱਖ ਮਕਸਦ ਹੈ ਕਿ ਅੱਜ ਅਸੀਂ ਆਪਣੇ ਗੁਰੂ ਤੋਂ ਦੂਰ ਜਾ ਰਹੇ ਹਾਂ।
ਕਿ ਅਸੀਂ ਆਪਣੇ ਬੱਚਿਆਂ ਦੇ ਸੰਸਕਾਰ ਗੁਰੂ ਦੇ ਹੁਕਮ ਅਨੁਸਾਰ ਕਰਦੇ ਹਾਂ। ਜਦੋਂ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜ ਲਿਆ, ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਕਿਹਾ ਕਿ ਭਾਈ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੇ। ਅੱਜ ਪ੍ਰਭੂ ਨੂੰ ਤੇ ਮਿਲਣਾ ਚਾਹੁੰਦੇ ਨੇ, ਸਾਰੇ ਮਿਲਣਾ ਚਾਹੁੰਦੇ ਨੇ, ਪਰ ਵੱਡੇ ਵੱਡੇ ਡੇਰਿਆਂ ਦੇ ਵਿੱਚ ਉਹਨਾਂ ਦੇ ਕੋਲ ਜਾਂਦੇ ਨੇ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਕਿਹਾ ਕਾਚੇ ਗੁਰ ਤੇ ਮੁਕਤ ਨਾ ਹੁਆ, ਨਾਨਕ ਕਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ ਗੁਰੂ ਕੀ ਸੰਗਤ। ਉਹਨਾਂ ਕੱਚਿਆਂ ਦੇ ਕੋਲ ਭੱਜੇ ਜਾਂਦੇ ਨੇ। ਆਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਚਰਨਾਂ ਵਿੱਚ ਆ ਕੇ ਪਰਿਵਾਰਾਂ ਸਮੇਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜੋ ਗੁਰੂ ਕੀ ਸੰਗਤ। ਕਿਉਂਕਿ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦਾ ਅਖੰਡ ਪਾਠ ਸਾਹਿਬ ਕਰੀਏ, ਸਹਿਜ ਪਾਠ ਕਰੀਏ। ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰਦੇ ਨੇ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕੀਤੋ ਵਿਚਾਰ। ਫਿਰ ਅਸੀਂ ਅਨਮਤੀਆਂ ਤੋਂ, ਕੱਚੇ ਪਿੱਲਿਆਂ ਤੋਂ ਸਾਡਾ ਖਹਿੜਾ ਛੁੱਟੇਗਾ, ਕਿਉਂਕਿ ਪੂਰੇ ਗੁਰੂ ਦੇ ਕੋਲ ਆਵਾਂਗੇ ਨਾ, ਪੂਰੇ ਗੁਰ ਦੀ ਸੰਗਤ ਕਰਾਂਗੇ। ਤੇ ਫਿਰ ਸਾਹਿਬ ਜੀ ਕਹਿੰਦੇ ਪੂਰੇ ਕਾ ਕੀਆ ਸਭ ਕਿਛ ਪੂਰਾ, ਘਟ ਵੱਧ ਕਿਛ ਨਾਹੀ, ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਉ। ਇਸ ਕਰਕੇ ਪੂਰੇ ਗੁਰੂ ਦੇ ਕੋਲ ਆਈਏ। ਜਿਵੇਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਪੂਰੇ ਗੁਰੂ ਦੀ ਚਰਨ ਸ਼ਰਨ ਵਿੱਚ ਰਹਿ ਕੇ ਸੇਵਾ ਕੀਤੀ ਤੇ ਸੇਵਕ ਕੀ ਓੜਕ ਨਿਭੀ ਪ੍ਰੀਤ ਵਾਲੀਆਂ ਬਖਸ਼ਾਂ ਦੇ ਪਾਤਰ ਬਣੇ ਗੁਰੂ ਕੀ ਸੰਗਤ। ਇਸੇ ਤਰ੍ਹਾਂ ਕੱਲ ਨੂੰ ਖੰਡੇ ਬਾਟੇ ਦੀ ਪੌਲ ਤਿਆਰ ਹੋਣੀ ਹੈ। ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਉਹ ਭਾਈ ਖੰਡੇ ਬਾਟੇ ਦੀ ਪੌਲ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਗੁਰੂ ਕਰਦਿਆਂ ਗੁਰਮਤਿ ਅਨੁਸਾਰ ਆਪਣੇ ਸੰਸਕਾਰ ਕਰੀਏ, ਆਪਣੇ ਬੱਚਿਆਂ ਨੂੰ ਗੁਰੂ ਦੇ ਚਰਨਾਂ ਨਾਲ ਜੋੜੀਏ। ਫਿਰ ਸਾਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਦਾ ਕੋਈ ਖਤਰਾ ਨਹੀਂ, ਫਿਰ ਸਾਨੂੰ ਕਿਸੇ ਦਾ ਕੋਈ ਡਰ ਨਹੀਂ, ਕਿਉਂਕਿ ਜੇ ਆਪਣਾ ਘਰ ਸਹੀ ਹੋਵੇ ਨਾ ਤੇ ਫਿਰ ਚੋਰ ਦਾ ਖਤਰਾ ਨਹੀਂ ਰਹਿੰਦਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਪ ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਇਸ ਅਸਥਾਨ ਦੇ ਮੁੱਖ ਮੈਨੇਜਰ ਅਤੇ ਮੁੱਖ ਗ੍ਰੰਥੀ ਸਮੁੱਚੇ ਸਟਾਫ ਦਾ ਧੰਨਵਾਦ। ਗੁਰੂ ਕੇ ਢਾਡੀ ਕਵੀਸ਼ਰ ਰਾਗੀ ਸਿੰਘ ਭਾਈ ਕੇਵਲ ਸਿੰਘ ਜੀ ਮਹਿਤਾ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨੇ ਹਨ, ਸਾਰਿਆਂ ਦਾ ਧੰਨਵਾਦ। ਮਾਨਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਐਡੀਸ਼ਨਲ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦਾਸ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪੰਜ ਪਿਆਰਿਆਂ ਵਿੱਚੋਂ ਭਾਈ ਬਿਕਰਮ ਸਿੰਘ ਜੀ, ਭਾਈ ਬਲਵਿੰਦਰ ਸਿੰਘ ਜੀ ਅਤੇ ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਗੁਰੂ ਕੀ ਸੰਗਤ ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਕੀਤੀ ਹੋਈਆਂ ਭੁੱਲਾਂ ਦੀ ਖਿਮਾ ਦੇਹੋ ਸੱਜਣੇ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।